ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪੰਜਵਾਂ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਧੰਦਾ ਸਭ ਜਲਾਇ ਕੈ, ਗੁਰ ਨਾਮ ਦੀਆ ਸੱਚ ਸੁਆਓ। ਆਸਾ ਸਭੇ ਲਾਹਿਕੈ, ਇੱਕਾ ਆਸ ਕਮਾਓ। ਜਿਨੀ ਸਤਿਗੁਰੂ ਸੇਵਿਆ, ਤਿਨ ਅੱਗੇ ਮਿਲਿਆ ਥਾਉ। ਮਨ ਮੇਰੇ ਕਰਤੇ ਨੂੰ ਸਾਲਾਹੇ, ਸਭੇ ਛੱਡ ਸਿਆਣਪਾਂ। ਗੁਰ ਕੀ ਪੈਰੀ ਪਾਹੇ ਰਹਾਉ। ਦੁੱਖ ਭੁੱਖ ਨਹਿ ਵਿਆਪਈ, ਜੇ ਸੁਖ ਦਾਤਾ ਮਨ ਹੋਏ। ਕਿਤੇ ਹੀ ਕੰਮ ਨਾ ਸਿਜੀਐ, ਜਾਂ ਹਿਰਦੈ ਸੱਚਾ ਸੋਏ। ਜਿਸ ਤੂੰ ਰੱਖੈ ਹੱਥ ਦੇ, ਤਿਸ ਮਾਰ ਨ ਸਕੈ ਕੋਏ। ਸੁਖ ਦਾਤਾ ਗੁਰ ਸੇਵੀਐ, ਸਭ ਆਵਗਣ ਕੱਢੈ ਧੋਏ। ਸੇਵਾ ਮੰਗੈ ਸੇਵਕੋ, ਲਾਈਆਂ ਆਪਣੀ ਸੇਵ। ਸਾਧ ਸਾਧੂ ਸੰਗ ਮਸਕਤੇ, ਤੁਠੈ ਪਾਵਾਂ ਦੇਵ। ਸਭ ਕਿਛ ਵਸਗਤ ਸਾਹਿਬੈ, ਆਪੇ ਕਰਣ ਕਰੇਵ। ਸਤਿਗੁਰ ਕੈ ਬਲਿਹਾਰਣੈ, ਮਨਸਾ ਸਭ ਪੁਰੇਵ। ਇੱਕੋ ਦਿਸੈ ਸੱਜਣੋ, ਇੱਕੋ ਭਾਈ ਮੀਤ। ਇਕ ਸੈ ਦੀ ਸਾਮਗਰੀ, ਇਕ ਸੈ ਦੀ ਹੈ ਰੀਤ। ਇਕਸ ਸਿਉ ਮਨ ਮਾਨਿਆ, ਤਾਂ ਹੋਆ ਨਿਹਚਲ ਚੀਤ। ਸੱਚ ਖਾਣਾ ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਅੰਮ੍ਰਿਤ ਵੇਲੇ ਦੇ ਪਾਵਨ ਗੁਰਬਾਣੀ ਵਿਚਾਰ ਐਪੀਸੋਡ ਲੈ ਕੇ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਤੇ ਗਲੋਬਲ ਗੁਰਬਾਣੀ ਵਿਚਾਰ ਵਟਸਐਪ ਗਰੁੱਪ ਦੇ ਰਾਹੀਂ ਰੋਜ਼ਾਨਾ ਹੀ ਇੱਕ ਸ਼ਬਦ ਦੀ ਵਿਚਾਰ ਲੈ ਕੇ ਆਪਾਂ ਆਪਣੇ ਪਰਿਵਾਰ ਦੇ ਵਿੱਚ ਹਾਜ਼ਰ ਹੁੰਦੇ ਹਾਂ, ਜਿਸ ਦੇ ਰਾਹੀਂ ਗੁਰਮਤਿ ਨੂੰ ਜਾਣਨ ਦੀ ਸਮਝਣ ਦੀ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੀ ਰਾਗ ਦੇ ਹੁਣ ਤੱਕ 75 ਨੰਬਰ 74 ਨੰਬਰ ਸ਼ਬਦ ਤੱਕ 74 ਨੰਬਰ ਸ਼ਬਦ ਤੱਕ ਆਪਾਂ ਵਿਚਾਰ ਸਤਿਗੁਰੂ ਦੀ ਰਹਿਮਤ ਨਾਲ ਕਰ ਚੁੱਕੇ ਹਾਂ। ਅੱਜ ਦਾ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ ਸ਼੍ਰੀ ਰਾਗ ਦਾ 75 ਨੰਬਰ ਸ਼ਬਦ ਆ, 75 ਨੰਬਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 43 to 44 ਤੱਕ ਸੁਭਾਇਮਾਨ ਆ। ਸ਼ਬਦ ਦੇ 4 ਬੰਦ ਨੇ, ਇੱਕ ਬੰਦ ਰਹਾਉ ਦਾ ਹੈ। ਉਚਾਰਨ ਹੋਇਆ ਹੈ ਪਾਵਨ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਮੁਖਾਰਬਿੰਦ ਤੋਂ। ਅੱਜ ਦੇ ਪਾਵਨ ਸ਼ਬਦ ਦੇ ਵਿੱਚ ਜਿਹੜੇ ਰਹਾਉ ਦੇ ਬੰਦ ਵਿੱਚ ਸਤਿਗੁਰੂ ਜੀ ਗੱਲ ਸਮਝਾ ਰਹੇ ਨੇ, ਆਓ ਪਾਵਨ ਰਹਾਉ ਦੀਆਂ ਪੰਕਤੀਆਂ ਦੇ ਨਾਲ ਜੁੜੀਏ। ਸਾਹਿਬ ਕਹਿੰਦੇ, ਮਨ ਮੇਰੇ ਕਰਤੇ ਨੂੰ ਸਾਲਾਹ। ਕਰਤਾ ਕੌਣ ਆ? ਜਿਸ ਨੇ ਸਾਨੂੰ ਬਣਾਇਆ, ਜਿਸ ਨੇ ਸਾਰੇ ਸੰਸਾਰ ਨੂੰ ਬਣਾਇਆ ਹੈ, ਜਿਹਨੂੰ ਆਪਾਂ ਕਰਤਾ ਪੁਰਖ ਕਹਿੰਦੇ ਆ। ਕਰਤੇ ਦਾ ਅਰਥ ਆ ਬਣਾਉਣ ਵਾਲਾ, ਮੇਕ ਕਰਨ ਵਾਲਾ, ਜਿਹਨੇ ਸਭ ਕੁਝ ਬਣਾਇਆ ਹੈ, ਜਿਹਨੇ ਸਭ ਕੁਝ ਪ੍ਰੋਡਿਊਸ ਕੀਤਾ ਹੈ, ਜਿਹਨੇ ਸਾਨੂੰ ਘੜਿਆ ਹੈ, ਇਹ ਸੰਸਾਰ ਬਣਾਇਆ ਹੈ, ਸਾਰਾ ਬ੍ਰਹਿਮੰਡ ਸਾਜਿਆ ਹੈ। ਸਾਹਿਬ ਕਹਿੰਦੇ, ਫਿਰ ਪਤਾ ਕੀ ਕਰ, ਹੇ ਮੇਰੇ ਮਨ, ਜਿੰਨੇ ਤੈਨੂੰ ਬਣਾਇਆ ਵਾ ਨਾ, ਉਹਨੂੰ ਸਦਾ ਸਲਾਹਿਆ ਕਰ। ਉਸ ਕਰਤੇ ਨੂੰ, ਜਿਹਨੇ ਤੈਨੂੰ ਪੈਦਾ ਕੀਤਾ ਹੈ। ਦੇਖੋ, ਅਸੀਂ ਆਮ ਕਰਕੇ ਦੇਖਦੇ ਹਾਂ, ਅੱਜ ਕੰਪਨੀਆਂ ਗੱਡੀਆਂ ਤਿਆਰ ਕਰਦੀਆਂ ਨੇ, ਆਪਣਾ ਨਾਲ ਲੋਗੋ ਲਾਉਂਦੀਆਂ ਨੇ, ਆਪਣਾ ਬ੍ਰਾਂਡ ਲਾਉਂਦੀਆਂ ਨੇ। ਹੁਣ ਉਸ ਬ੍ਰਾਂਡ ਕਰਕੇ ਉਸ ਗੱਡੀ ਦੀ ਪਹਿਚਾਣ ਆ। ਇਵੇਂ ਹੀ ਮਨੁੱਖ ਬ੍ਰਾਂਡ ਆ ਪ੍ਰਮਾਤਮਾ ਦਾ। ਪ੍ਰਮਾਤਮਾ ਨੇ ਮਨੁੱਖ ਨੂੰ ਇਜਾਦ ਕੀਤਾ ਹੈ, ਮਨੁੱਖ ਨੂੰ ਬਣਾਇਆ ਹੈ, ਮਨੁੱਖ ਨੂੰ ਸਾਜਿਆ ਹੈ। ਮਾਤਾ ਪਿਤਾ ਦੇ ਸੰਯੋਗ ਦੇ ਨਾਲ ਇਸ ਮਨੁੱਖ ਦੀ ਪੈਦਾਇਸ਼ ਹੋਈ ਹੈ, ਪਰ ਸਾਜਣ ਵਾਲਾ ਪ੍ਰਮਾਤਮਾ ਹੈ, ਬਣਾਉਣ ਵਾਲਾ ਕਰਤਾ ਪੁਰਖ ਆ, ਜਿਹਨੇ ਸਾਜ ਕੇ ਬਣਾ ਕੇ 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਰੱਖ ਕੇ ਇਹਦੇ ਪੂਰੇ ਸਰੀਰ ਨੂੰ ਡਿਵੈਲਪ ਕਰਕੇ ਇਸ ਨੂੰ ਧਰਤੀ ਤੇ ਭੇਜਿਆ ਹੈ, ਜਿਹਨੇ ਇਹਨੂੰ ਨਾਮ ਦਿੱਤਾ ਹੈ, ਜਿਹਨੇ ਇਹਨੂੰ ਜੀਵਨ ਦਿੱਤਾ ਹੈ, ਜਿਹਨੇ ਇਹਨੂੰ ਜ਼ਿੰਦਗੀ ਦਿੱਤੀ ਹੈ। ਤੋ ਸਾਹਿਬ ਕਹਿੰਦੇ, ਹਰ ਵਕਤ ਆਪਣੇ ਜ਼ਿਹਨ ਦੇ ਵਿੱਚ, ਹਰ ਵਕਤ ਆਪਣੀ ਸੋਚ ਦੇ ਵਿੱਚ, ਹਰ ਵਕਤ ਆਪਣੇ ਸੁਭਾਅ ਦੇ ਵਿੱਚ ਇਸ ਗੱਲ ਨੂੰ ਪੱਕੇ ਤੌਰ ਤੇ ਪਕਾ ਲਾ ਕਿ ਤੈਨੂੰ ਹੋਰ ਕੋਈ ਬਣਾਉਣ ਵਾਲਾ ਨਹੀਂ, ਸਿਰਫ ਤੇ ਸਿਰਫ ਪਰਮਾਤਮਾ ਹੈ। ਮਨ ਮੇਰੇ, ਹੇ ਮੇਰੇ ਮਨ, ਕਰਤੇ ਨੂੰ ਸਲਾਹ। ਕਰਤਾ ਪੁਰਖ ਅਕਾਲ ਪੁਰਖ ਦੀ ਹੀ ਕੇਵਲ ਸਲਾਹ ਕਰਿਆ ਕਰ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਨਾ 2 ਸ਼ਬਦ ਬੜੇ ਪਿਆਰੇ ਰੱਖੇ ਨੇ। ਸਭ ਕਹਿੰਦੇ, ਉਸਤਤ ਕਵਨ ਕਰੀਜੈ ਕਰਤੇ ਪੇਖ ਰਹੇ ਬਿਸਮਾ। ਕਹਿੰਦੇ, ਜੇ ਤੂੰ ਉਸਤਤ ਕਰਨੀ ਚਾਹੁੰਦਾ ਨਾ, ਆ ਸੰਸਾਰੀ ਲੋਕਾਂ ਦੀ ਉਸਤਤ ਨਾ ਕਰਿਆ ਕਰ।
ਇਹਨਾਂ ਦੀ ਉਸਤਤ ਤੈਨੂੰ ਨਾ ਚਾਪਲੂਸ ਬਣਾ ਦੇਵੇਗੀ। ਇਹਨਾਂ ਦੀ ਉਸਤਤ ਤੇਰੇ ਅੰਦਰ ਜ਼ਮੀਰ ਨੂੰ ਮਾਰ ਦੇਵੇਗੀ। ਜੇ ਤੂੰ ਉਸਤਤ ਕਰਨੀ ਚਾਹੁੰਦਾ ਹੈ, ਉਸ ਪਰਿਪੂਰਨ ਪ੍ਰਮਾਤਮਾ ਦੀ ਕਰ ਜੋ ਤੈਨੂੰ ਸਦਾ ਵੇਖ ਰਿਹਾ ਹੈ, ਜਿਹਦੀ ਨਿਗਾਹ ਹਰ ਵਕਤ ਤੇਰੇ ਉੱਪਰ ਲੱਗੀ ਹੋਈ ਹੈ, ਜਿਹੜਾ ਤੈਨੂੰ ਰਿਜ਼ਕ ਦੇ ਰਿਹਾ ਹੈ, ਤੈਨੂੰ ਜੀਵਨ ਦੇ ਰਿਹਾ ਹੈ, ਜਿਹਨੇ ਤੈਨੂੰ ਜ਼ਿੰਦਗੀ ਦਿੱਤੀ ਹੈ, ਜਿਹਨੇ ਤੈਨੂੰ ਸੰਸਾਰ ਦੇ ਵਿੱਚ ਪਰਿਵਾਰ ਦਿੱਤਾ ਹੈ। ਇਹ ਸਮਾਜ, ਇਹ ਸੰਸਾਰ ਕਿਉਂ ਮਿਲਿਆ ਹੈ ਕਿ ਮਨੁੱਖ ਇਕੱਲਾ ਨਾ ਰਵੇ। ਮਨੁੱਖ ਇੱਕ ਸਮਾਜ, ਇੱਕ ਕੁਟੁੰਬ ਦੇ ਵਿੱਚ ਵਿਚਰਦਾ ਹੋਇਆ ਇਹ ਈਜ਼ਲੀ ਵੇ ਦੇ ਵਿੱਚ ਪਰਮਾਤਮਾ ਤੱਕ ਪਹੁੰਚ ਜਾਵੇ। ਇਹਨੂੰ ਟਾਸਕ ਦਿੱਤੇ ਨੇ। ਪਰਮਾਤਮਾ ਸਾਡਾ ਬਿਗ ਬੌਸ ਆ, ਅਸੀਂ ਉਸ ਬੌਸ ਦੇ ਘਰ ਵਿੱਚ ਆ, ਉਹਨੇ ਸਾਨੂੰ ਟਾਸਕ ਦਿੱਤੇ ਨੇ। ਟਾਸਕ ਹੀ ਦਿੱਤੇ ਨੇ, ਉਹ ਕਹਿੰਦੇ ਇਵੇਂ ਕਰ, ਤੂੰ ਇੱਥੇ ਬਹਿ ਕੇ ਆਪਣੇ ਪਰਮਾਤਮਾ ਕਰਤੇ ਪੁਰਖ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਚੇਤੇ ਕਰ, ਨਾਲ ਉਹਨੇ ਜੋ ਕੁਝ ਬਣਾਇਆ ਤੈਨੂੰ, ਬਣਾ ਕੇ ਤੈਨੂੰ ਸਾਜ ਕੇ ਜੋ ਤੈਨੂੰ ਪਰਿਵਾਰ ਦਿੱਤਾ ਹੈ, ਉਹਦੀ ਸੇਵਾ ਵੀ ਕਰ। ਗੱਲ ਕੀ, ਇੱਕ ਸਮੁੱਚੇ ਦਾ ਸਮੁੱਚਾ ਪਰਿਵਾਰ ਬਣ ਕੇ ਤੂੰ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਵਿਚਰ ਕੇ, ਇੱਕ ਕੁਟੁੰਬ ਦੇ ਰੂਪ ਦੇ ਵਿੱਚ ਵਿਚਰ ਕੇ ਤੂੰ ਮਾਨਵਤਾ ਦੀ ਸੇਵਾ ਕਰੇਗਾ, ਕਿਉਂਕਿ ਤੈਨੂੰ ਇੱਕ ਸਪੋਰਟ ਮਿਲੇਗੀ ਤੇਰੇ ਪਰਿਵਾਰ ਦੀ। ਇਸੇ ਕਰਕੇ ਸਭ ਕਹਿੰਦੇ ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਇਹ ਜਿਸ ਪਰਿਵਾਰ ਦੇ ਪਿੱਛੇ ਲੱਗ ਕੇ ਤੂੰ ਪ੍ਰਮਾਤਮਾ ਨੂੰ ਭੁਲਾ ਬੈਠਾ, ਇਹਨੇ ਤੇ ਤੇਰੇ ਨਾਲ ਨਹੀਂ ਜਾਣਾ। ਹਾਂ, ਇਹ ਜਿਸ ਪਰਿਵਾਰ ਭਲਾ ਪਾਇਆ, ਜਿਹਨੇ ਪਰਿਵਾਰ ਭਲਾ ਤੈਨੂੰ ਇਹ ਦਿੱਤਾ ਵਾ ਨਾ, ਉਸ ਪ੍ਰਮਾਤਮਾ ਦੇ ਨਾਲ ਜ਼ਰੂਰ ਸਾਂਝ ਪਾ। ਇਹ ਕੁਟੁੰਬ ਨੂੰ ਸਤਸੰਗ ਬਣਾ। ਆਪਣਿਆਂ ਪੁੱਤਰਾਂ ਨੂੰ, ਆਪਣੀਆਂ ਧੀਆਂ ਨੂੰ, ਆਪਣੇ ਬੱਚਿਆਂ ਨੂੰ ਆਪ ਰਲ ਮਿਲ ਕੇ ਕੀ ਕਰੋ, ਪ੍ਰੀਤਮ ਦੀ ਸੇਵਾ ਕਰੋ, ਮਾਨਵਤਾ ਦੀ ਸੇਵਾ ਕਰੋ, ਇੱਕ ਸੱਚੇ ਸੁੱਚੇ ਪਰਿਵਾਰ ਦੇ ਰੂਪ ਦੇ ਵਿੱਚ ਸੰਸਾਰ ਦੀ ਸੇਵਾ ਕਰੋ। ਆਪਣੇ ਬੱਚਿਆਂ ਨੂੰ ਆਪ ਵੀ ਸਾਰੇ ਰਲ ਮਿਲ ਕੇ ਕੀ ਕਰੋ, ਕਰਤੇ ਨੂੰ ਸਲਾਹ, ਕੇਵਲ ਕਰਤਾਰ ਪੁਰਖ ਪ੍ਰਮਾਤਮਾ ਦੀ ਸਿਫਤ ਸਲਾਹ ਕਰ। ਅਗਲੀ ਪੰਕਤੀ ਹੈ, ਸਭੇ ਛੱਡ ਸਿਆਣਪਾਂ। ਮਨੁੱਖ ਦੀ ਜਿਹੜੀ ਸਿਆਣਪ ਆ ਨਾ, ਹਰ ਵਕਤ ਮਨੁੱਖ ਜਿਹੜੀ ਆਪਣੀ ਮੈਂ ਦੇ ਵਿੱਚ ਰਹਿੰਦਾ ਹੈ, ਮਨੁੱਖ ਦਾ ਸੁਭਾਅ ਇਹ ਹੈ ਕਿ ਸ਼ਾਇਦ ਇੱਕ ਵਹਿਮ ਇਹਦੇ ਕੰਨ 'ਚ ਪਿਆ ਹੈ ਕਿ ਦੁਨੀਆ ਦਾ ਸਭ ਤੋਂ ਸਿਆਣਾ ਵਾਹਿਦ ਇੱਕ ਮੈਂ ਹੀ ਹਾਂ। ਇਹਦੀ ਜਿਤਨੀ ਅੱਜ ਲੜਾਈ ਹੈ, ਜਿੰਨਾ ਇਹਦਾ ਕਲੇਸ਼ ਆ, ਜਿੰਨੇ ਅੱਜ ਇਹਦੇ ਝੰਜਟ ਨੇ, ਇਹ ਸਾਰੇ ਦੇ ਸਾਰੇ ਇਹਦੀ ਸਿਆਣਪ 'ਚੋਂ ਨਿਕਲੇ ਹੋਏ ਨੇ। ਜੇ ਹਰ ਵਕਤ ਇਹ ਜਿਤਲਾਉਣਾ ਚਾਹੁੰਦਾ ਹੈ ਮੈਨੂੰ ਬਹੁਤ ਆਉਂਦਾ ਹੈ, ਮੈਂ ਦੁਨੀਆ ਦਾ ਸਭ ਤੋਂ ਸਿਆਣਾ ਹੈ। ਇਹ ਸਿਆਣਪ ਨੇ ਇਹਦੇ ਵਿੱਚ ਈਗੋ ਪੈਦਾ ਕੀਤੀ ਹੈ। ਸਤਿਗੁਰੂ ਜੀ ਨੇ ਜਪਜੀ ਸਾਹਿਬ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਆ ਨਾ, ਪਹਿਲੀ ਗੱਲ ਹੀ ਪਹਿਲੀ ਪੌੜੀ 'ਚ ਕਹੀ ਹੈ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤੂੰ ਸਿਆਣਪਾਂ ਚਤੁਰਾਈਆਂ ਕਰਕੇ ਲੋਕਾਂ ਨੂੰ ਤੇ ਭਰਮਾ ਸਕਦਾ ਹੈ, ਲੋਕਾਂ ਨੂੰ ਤੇ ਤੂੰ ਮੁਖੋਟੇ ਪਾ ਕੇ ਦੱਸ ਸਕਦਾ ਹੈ, ਪਰ ਉਹ ਪ੍ਰਮਾਤਮਾ ਦਾ ਕੀ ਕਰੇਗਾ? ਉਹਦੇ ਘਰ ਦੇ ਵਿੱਚ ਤੇਰੀਆਂ ਸਿਆਣਪਾਂ ਚਤੁਰਾਈਆਂ ਦਾ ਕੋਈ ਵੀ ਜਿਹੜਾ ਹੈ ਫਰਕ ਨਹੀਂ। ਉੱਥੇ ਉਹਨੇ ਕੋਈ ਵੀ ਤੇਰੀ ਸਿਆਣਪ ਚਤੁਰਾਈ ਨਹੀਂ ਚੱਲਣ ਦੇਣੀ, ਕਿਉਂਕਿ ਚਤੁਰਾਈ ਨਾ ਚਤੁਰਭੁਜ ਪਾਈਏ, ਚਤੁਰਾਈਆਂ ਦੇ ਨਾਲ ਪ੍ਰਮਾਤਮਾ ਨਹੀਂ ਮਿਲਦਾ। ਜੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਜੇ ਉਹ ਸੱਚੇ ਨਿਰੰਕਾਰ ਦੇ ਨਾਲ ਸਾਂਝ ਪਾਉਣੀ ਚਾਹੁੰਦਾ ਹੈ, ਜੇ ਕਰਤੇ ਪੁਰਖ ਪ੍ਰਮਾਤਮਾ ਦੇ ਨਾਲ ਆਪਣਾ ਰਿਸ਼ਤਾ ਬਣਾਉਣਾ ਚਾਹੁੰਦਾ ਹੈ, ਜੇ ਉਹਦੇ ਵਰਗਾ ਬਣਨਾ ਚਾਹੁੰਦਾ ਤੇ ਕੀ ਕਰ, ਸਭ ਖਿਮਾ ਕਰਨਾ। ਸਭੇ ਛੱਡ ਸਿਆਣਪਾਂ, ਆਪਣੇ ਵਿੱਚੋਂ ਨੰਬਰ 1 ਤੇ ਆਪਣੀਆਂ ਸਿਆਣਪਾਂ ਨੂੰ, ਆਪਣੀਆਂ ਚਤੁਰਾਈਆਂ ਨੂੰ, ਆਹ ਜਿਹੜੀ ਆਪਣੀ ਦੋਗਲੀ ਨੀਤੀ ਕਰਨੀ ਜਿਹੜੀ ਆ ਨਾ, ਦੋਗਲਾਪਨ ਆ ਖਤਮ ਕਰ ਦੇ। ਸਮਰਪਣ ਕਰਦੇ ਆਪਣੇ ਨੂੰ, ਆਪਣੇ ਆਪ ਨੂੰ ਗੁਰ ਕੀ ਪੈਰੀ ਪਾਹੇ। ਆਪਣੇ ਆਪ ਨੂੰ ਗੁਰੂ ਜੀ ਦੇ ਚਰਨਾਂ ਦੇ ਵਿੱਚ ਸਮਰਪਿਤ ਕਰ ਦੇ। ਗੁਰੂ ਜੀ ਦੇ ਚਰਨ ਮਤਲਬ ਆਪਣੇ ਆਪ ਨੂੰ ਸਤਿਗੁਰ ਦੇ ਅੱਗੇ ਗੁਰੂ ਸ਼ਬਦ ਦੇ ਵਿੱਚ ਮਾਰ ਦੇ। ਆਪਣੇ ਆਪ ਨੂੰ ਜੀਵਨ ਦਾ ਇੱਕ ਮਕਸਦ ਬਣਾ ਲਾ, ਇੱਕ ਜੀਵਨ ਦਾ ਟਾਰਗੇਟ ਬਣਾ ਲਾ। ਆਪਣੇ ਮਨ ਨੂੰ ਬਾਰ-ਬਾਰ ਇਹ ਦ੍ਰਿੜ ਕਰਾ ਦੇ ਕਿ ਮੈਂ ਮਨਾ ਤੇਰੀ ਨਹੀਂ ਸੁਣਨੀ, ਭਾਵੇਂ ਜੋ ਮਰਜ਼ੀ ਹੋਵੇ, ਮੈਂ ਆਪਣੇ ਗੁਰੂ ਦੀ ਸੁਣਨੀ ਹੈ, ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਣਨੀ ਹੈ, ਮੈਂ ਆਪਣੇ ਸਤਿਗੁਰੂ ਦੀ ਬਾਣੀ ਦੀ ਸੁਣਨੀ ਹੈ, ਮੈਂ ਆਪਣੇ ਗੁਰੂ ਜੀ ਨੂੰ ਪੁੱਛ ਕੇ ਤੁਰਨਾ ਹੈ, ਮੈਂ ਤੇਰੇ ਪਿੱਛੇ ਲੱਗ ਕੇ ਨਹੀਂ ਤੁਰਨਾ।
सच जाणिओ, जिदण गुरु जी नूं पुछ के अपने घर दे फैसले, अपने परिवारिक फैसले, अपने जीवन के फैसले तुसीं करन लग पओगे ना, तुहाडे फैसले कदी गलत नहीं होणगे। जदों तुसीं अपने मन के पिछे लग के फैसले करोगे, वो फैसले कई बारी गलत हो जाणगे, क्योंकि वो मेरे मन चों निकले ने, मेरे इमोशन चों निकले ने। इसे करके गुरु नूं पुछ के फैसला लै, गुरु जी नूं समर्पण कर दे अपना आपा, अपने आप नूं सरैंडर कर दे, सियाणपां अपणियां छड्ड दे, चतुराइयां छड्ड दे, ते सतगुरु कहंदे फिर प्राप्त की होएगा। पहला बंद है पावन शब्द का, ये राहाउ दीआं पंक्तियां सन। सेंट्रल आइडिया है पावन शब्द का। सब कहंदे सबजैक्ट दे विच कहंदे नंबर 1 ते करती दी सिफत कर, नंबर 2 ते सियाणपां छड्ड दे, अपने आप नूं गुरु जी दे चरनां 'च समर्पित कर दे। ये सबजैक्ट है। हुण पहला बंद है पावन शब्द का। सतगुरु जी पहले बंद विच किरपा कर रहे। श्री राग महला पंजवां, राग श्री राग है, ते पंजवें पातशाह धन साहिब श्री गुरु अर्जन देव जी का पावन शब्द है। साहिब कहंदे सभे गल्लां विसरन, इको विसर ना जाओ। कहंदे चेता रखी, तेरी जिंदगी विच भावें सब कुछ भुल जावे, सब कुछ तेरी जिंदगी विच विसर जावे, पर एक गल पक्की तरीके नाल पल्ले बन ला, तेरे जीवन विचों परमात्मा नहीं विसरना चाहिए। मनुख कई बारी कहता है मैं जी भुल गया, मैं जी विसर गया। तो सतगुरु कहंदे कदी साह लैणे भी भुले हैं, कदी किसी मनुख ने यह आखिया कि अज मैं सवास लैणे भुल गया वां, कदी किसी मनुख ने यह आखिया कि अज मैं रोटी खानी भुल गया वां। मनुख नूं रोटी खानी भी चेते है, अपने सवास भी लैणे चेते ने, क्योंकि जिदन सवास लैणे भुल गया उदन ते मौत आ ना, मर जाना उदन ते। साहिब कहंदे सवासां दे वांगू परमात्मा नूं चेते रख। कोई पल, कोई घड़ी, कोई सैकंड नहीं ऐसा होना चाहिए कि तेरे जीवन विचों करता विसरे। ये बार बार मैं अक्सर क्यों गल गुरु जी कह रहे, पता क्यों? क्योंकि करते तो असी आए हाँ, करता साडा मूल आ। करते नूं जदों असी चेते करांगे, करता पुरख परमात्मा नूं चेते करांगे, साडीआं सोचां विच, साडीआं विचारां विच, साडे जीवन दे विच पवित्रता आउणी शुरू होवेगी। जिवें मैं अक्सर एक उदाहरण दिना हुन्ना, हुण एक जगह तो पानी आ रहा है, एक झरनियां चों जिन्हां दा मूल स्रोत सागर आ, स्रोत नदी है, नदी तो पानी आ रहा, निर्मल पानी आ रहा, जिहड़ा रोज़ ताज़ा पानी आ रहा, एक टैंकी चों आ रहा। हुण टैंकी दे विच मैं की कीता, स्टोर कीता है। हुण जे टैंकी दे विच आ गंदगी, टैंकी दे विच आ बदबू, सड़ियांद आ, मेरे अंदर भी उही सड़ियांद जानी है, ते अंदरों जदों बाहर निकलनी है तो उही गंदगी निकलनी है। जे मैं संसार वाल मूँह करूँगा ना, ये दुनिया लोकाचार नूं खुश करन वास्ते तुरूंगा, परमात्मा नूं विसार दूंगा, ते दुनिया दे विचों जिहड़ी चीज़ मैनूं मिलेगी वो सिर्फ ते सिर्फ ईरखा मिलेगी, नफरत मिलेगी, बुरे विचार मिलणगे, एक दूसरे दी अवगुण लभणगे, एक दूसरे दीआं निंदिया चुगली लभेगी। पर जे मैं अपने गुरु वाल मूँह करूँगा, जे मैं अपने सतगुरु वाल मूँह करूँगा, तो मेरे सतगुरु मैनूं एक सिखाउणगे गल कि सिखा तू गुरु की मत ते तुरना है। ते गुरु की मत ते तुरन वाला मनुख निडर हो जाता है, वो निर्वैर हो जाता है, निडर हो जाता है, निर्भाव हो जाता है, क्योंकि उन्होंने दुनिया की परवाह नहीं रहिंदी। वो फिर सच का रस्ता चुन लैंदा है, उस मंजिल ते तुरन लग पैंदा है। उस मंजिल ते तुरदियां तुरदियां अपने अंदर चंगे ख्याल, मानवता का भला, चंगे विचार उहदे अंदर आउण लग पैंदे ने, ते उहदे सामने गुरबाणी की ऐसी कृपा बनती है, गुरु ग्रंथ साहिब गुरु शब्द जी की, उहदे अगे की चंगा है की माड़ा है सब प्रतख नज़र आउण लग पैंदा। उन्होंने साफ दिसण लग पैंदा है कि कित्थे धोखा किया जा रहा है, कित्थे झूठ बोलिया जा रहा है, कित्थे बेईमानी की जा रही है। वो फिर मूर्खां दे लाणे वांगू, वो अन्निया भगतां वांगू फिर वो अंध विश्वास ते पखंडां दे झमेले विच नहीं पैंदा। वो स्पष्ट हो जाता है, बिल्कुल साफ हो जाता है, क्योंकि उसकी जिंदगी दे विच ये गल घर कर जाती है
कि सिर्फ ते सिर्फ मेरे जीवन का आधार परमात्मा है। सभे गल्लां विसरन। साहिब कहंदे चेता रखी, सारियां गल्लां बेशक तेरे जीवन चों भुल जाण, पर इक्को विसर ना जाओ। पर एक गल चेते रखी, दाता दातार एक अकाल पुरख वाहिगुरू परमात्मा, वो तेरे जीवन दे विचों नहीं विसरना चाहिए। धंधा सब जलाए कै, गुरनाम दिया सच सुवाओ। धंधा सब जलाए कै, धंधे किहड़े? सतगुरु जी ने बाणी विच एक रोजाना आपां सोदर दे विच एक बाणी पंक्ति पढ़ते हाँ, अवर काज तेरे किते ना काम, मिल साध संगत भज केवल नाम। हुण किहड़े काज मेरे पातशाह कहंदे तू करन नूं नहीं आया, तू एक ही काज करन नूं किहड़ा आया है? तू परमात्मा नूं याद करके उन्हों हाज़र नाज़र जान के सच दे रस्ते ते तुरना है। आ नंबर 1 है। दूजी गल ये है कि तू किहड़े कारज नहीं करने, कि मैं धंधा नहीं करना, हुण मैनूं पेट पालना है, मैनूं किरत करनी पऊगी, काम कार करना पऊगा। आ माड़ा चौंकड़ा मार के जप के ते गल नहीं ना बननी, मेहनत मुशक्कत करनी पेगी। एक विद्यार्थी है, उहदी मेहनत की है? वो किताबां पढ़दा है, मेहनत करदा है, चंगे नंबर लैंदा है, पास हुंदा है, उहदी मेहनत है। माता पिता की मेहनत आ, वो अपने बच्चे वास्ते कमाउंदा है, कमाई करदा है, मैं अपने बच्चे नूं चंगी एजुकेशन देवां, समाज का भला करां, नाल मैं दसवंध भी कड्डां। ये मां पिता की हैगी है सेवा। मां की ये है सेवा कि वो सारा दिन घर नूं साफ सुथरा बनाउंदी है। गल की ये सारियां सेवावां प्रवान आ, पर इन्हां चों सब तो वड्डी सेवा है सतगुरु कहंदे प्रीतम दे हुक्म नूं हर वक्त याद रखना, उहदी रज़ा नूं मनना। तो साहिब कहंदे मैं अपने जीवन दे विचों किहड़े कारज नहीं करने, आ जिहड़े बेफजूल दियां ईरखा नफरत दे धंधे, बेईमानी दे धंधे, झूठ बोलण दे धंधे, साहिब कहंदे ये धंधे नहीं तू करना आ, ये धंधे नहीं तू करना आ, तू सच दे रस्ते ते तुरना है। तो साहिब कहंदे धंधा सब जलाएक है। कहंदे आ जिहड़े विकारा रूपी धंधे सी ना, जिन्हां धंधियां दे विच मन मैला हुंदा सी, जिस धंधे नूं करके झूठ बोलना पैंदा सी, जिस धंधे दे विचों जिहड़े सी डर पैदा हुंदे सन, जिस धंधे दे विच बड़े तरीके दे कर्मकांड ते पखंड उजागर हो रहे सन, वो धंधे बंद कर दिते ने। मैं वो सारे धंधे साड़ के रख दिते ने। धंधा सब जलाएक है। विकारां दे धंधे बंद कर दिते ने, झूठ दे धंधे बंद कर दिते ने, ते कीता की है? गुरनाम दिया सच सुआओ। मेरे सतगुरु पूरे गुरु ग्रंथ साहिब गुरु जी की बाणी ने, गुरु की मत ने मैनू ये दृढ़ करा दिता है, प्रीतम परमात्मा का इक्को एक हुक्म, उहदा सिद्धांत ये दृढ़ करा दिता है। ते मेरे जीवन दे विच सदा स्थिर रहने वाले परमात्मा ने अपने प्यार दा जीवन दे विच मनोरथ पा दिता है। समुची पंक्ति दे अर्थ ने, गुरु जी ने दुनिया के धंधियां दा मेरा सारा मोह जिहड़ा सी, दुनियावी झमेलियां दा मोह साड़ के मेरे अंदर परमात्मा दे हुक्म दे उपर तुरन दी शक्ति पैदा कर दिती है। ते सदा स्थिर रहने वाले सच्चे परमात्मा दा नाम ही, उहदा हुक्म ही हुण मेरे जीवन दा मनोरथ बन गया है, मेरे जीवन दा मिशन बन गया है, मेरे जीवन दा टारगेट बन गया है कि मैं परमात्मा नूं अपने अंदर हिरदे च वसदा वेख के अपने आप अंदर चंगे गुण चंगे कर्म करने शुरू करने ने। अगलियां पंक्तियां, आसा सभे लाहे कै, इक्का आस कमाओ। मनुख दा सुभाਅ है, मनुख जिहड़ियां चीज़ां वेखदा ना उहदे उपर आस रखदा है। इनू बड़ी आस आ दुनियावी लोकां दे उपर, इनू बड़ी आस आ संसारी लोकां दे उपर, इनू आस आ अपने भरावां दे उपर। सतगुरु कहंदे जे भाई मैं तैनूं एक सच्ची गल कहां ना, ये सारियां आसावां तैनूं एक दिन कमज़ोर कर देणगियां जे तू इन्हां दी आस विच रवेंगा।
ਚੇਤਾ ਰੱਖਿਓ, ਸੰਸਾਰ ਚੜ੍ਹਦੇ ਸੂਰਜ ਨੂੰ ਸਲਾਮਾ ਕਰਦਾ ਹੈ, ਢਹਿੰਦਿਆਂ ਨੂੰ ਨਹੀਂ। ਸੰਸਾਰ ਦੀ ਇੱਕ ਫਿਤਰਤ ਹੈ। ਸੰਸਾਰ ਉਹਨਾਂ ਲੋਕਾਂ ਦੇ ਨਾਲ ਤੁਰਦਾ ਹੈ ਜਿਹੜੇ ਆਪਣਾ ਰਸਤਾ ਆਪ ਬਣਾਉਂਦੇ ਨੇ, ਤੇ ਜਿਹੜੇ ਸੰਸਾਰੀ ਲੋਕਾਂ ਤੇ ਡਿਪੈਂਡ ਹੋ ਜਾਂਦੇ ਨੇ ਉਹ ਹਾਰ ਜਾਂਦੇ ਨੇ ਆਪਣੀ ਜ਼ਿੰਦਗੀ ਦੀਆਂ ਮੰਜ਼ਿਲਾਂ ਨੂੰ। ਸਾਹਿਬ ਕਹਿੰਦੇ ਜੇ ਜ਼ਿੰਦਗੀ 'ਚ ਤਰੱਕੀ ਕਰਨਾ ਚਾਹੁੰਦਾ, ਆਹ ਦੁਨਿਆਵੀ ਆਸਾਵਾਂ ਜਿਹੜੀਆਂ ਆਸਾਵਾਂ ਛੱਡ ਦੇ। ਆਹ ਦੁਨੀਆ ਨਾ ਕਿਸੇ ਦੀ ਕੰਮ ਆਈ ਹੈ, ਨਾ ਇੱਥੇ ਕਿਸੇ ਨੇ ਕੰਮ ਆਉਣਾ ਹੈ। ਇਹ ਸਾਰੇ ਦੇ ਸਾਰੇ ਦੁਨੀਆਦਾਰ ਲੋਕ ਕੇਵਲ ਜਿਹੜਾ ਹੈ ਤਮਾਸ਼ਾ ਵੇਖਣ ਵਾਲੇ ਨੇ। ਇਹ ਤੇ ਮਨੁੱਖਾਂ ਦੇ ਤਮਾਸ਼ਾ ਵੇਖਣ ਵਾਲੇ ਨੇ। ਤੋ ਸਾਹਿਬ ਕਹਿੰਦੇ ਆਸਾ ਸਭੇ ਲਾਹਿਕ ਹੈ, ਇੱਕਾ ਆਸ ਕਮਾਓ। ਇਹ ਦੁਨੀਆ ਦੀਆਂ ਸਾਰੀਆਂ ਆਸ਼ਾਵਾਂ ਮਨ ਵਿੱਚੋਂ ਦੂਰ ਕਰ ਦੇ, ਤੇ ਜੇ ਕਿਸੇ ਤੇ ਆਸ ਰੱਖਣੀ ਚਾਹੁੰਦਾ ਤੇ ਇੱਕਾ ਆਸ ਕਮਾਓ। ਇੱਕੋ ਇੱਕ ਅਕਾਲ ਪੁਰਖ ਪ੍ਰਮਾਤਮਾ ਤੇ ਆਸ ਕਰ, ਉਹਦੇ ਉੱਪਰ ਆਪਣੇ ਜੀਵਨ ਦੀ ਟੇਕ ਰੱਖ, ਉਹਨੂੰ ਆਪਣੇ ਜੀਵਨ ਦਾ ਸਹਾਰਾ ਬਣਾ। ਅਸੀਂ ਪਤਾ ਸਾਡੀ ਇੰਡੀਅਨ ਮੈਂਟੈਲਿਟੀ ਕੀ ਹੈ, ਅਸੀਂ ਪਹਿਲਾਂ ਆਪ ਮਿਹਨਤ ਕਰਦੇ ਹਾਂ, ਸਾਰਾ ਦਿਨ ਖੱਜਲ ਖਵਾਰ ਹੁੰਦੇ ਹਾਂ, ਬੜਾ ਕੰਮ ਕਰਦੇ ਹਾਂ। ਕਾਹਦੇ ਵਾਸਤੇ ਪੁੱਛੋ, ਕਿਉਂ ਇੰਨਾ ਕੰਮ ਕਰ ਰਹੇ ਹਾਂ? ਮੇਰੇ ਬੱਚਿਆਂ ਵਾਸਤੇ। ਮੇਰੇ ਪੁੱਤ ਵੱਡਾ ਹੋਊਗਾ, ਮੈਨੂੰ ਸੁੱਖ ਦਊਗਾ, ਆਰਾਮ ਦਊਗਾ। ਮੇਰੀ ਧੀ ਵੱਡੀ ਹੋਊਗੀ, ਆਰਾਮ ਦਊਗੀ। ਸਾਰਾ ਦਿਨ ਮਿਹਨਤ ਕੀਤੀ, ਉਮਰ ਲੰਘਾਤੀ, ਬੁਢੇਪਾ ਆ ਗਿਆ। ਹੁਣ ਜਿਹੜੀ ਆਸ ਤੱਕੀ ਸੀ ਨਾ ਬੱਚਿਆਂ ਤੇ, ਹੁਣ ਉਹ ਬੱਚੇ ਕੀ ਕਰ ਰਹੇ? ਬੱਚੇ ਦਾ ਵਿਆਹ ਹੋ ਗਿਆ, ਉਹਦਾ ਆਪਣਾ ਪਰਿਵਾਰ ਹੋ ਗਿਆ। ਹੁਣ ਉਹ ਮਾਤਾ ਪਿਤਾ ਨੂੰ ਤੇ ਆਪਣੀ ਗਿਣਤੀ 'ਚ ਰੱਖਦਾ ਹੀ ਨਹੀਂ ਨਾ। ਹੁਣ ਉਹਦੀ ਆਸ ਜਿਹੜੀ ਸੀ, ਹੁਣ ਅੱਗੇ ਆਸ ਉਸ ਬੱਚੇ ਦੀ ਆਪਣੇ ਬੱਚਿਆਂ ਤੇ ਹੋ ਗਈ। ਹੁਣ ਉਹੀ ਮੋਹ ਜਿਹੜਾ ਸੀ ਪਹਿਲਾਂ ਬਾਪ ਦੇ ਮਨ ਸੀ ਆਪਣੇ ਪੁੱਤਰ ਨੂੰ ਪਾਲਣ ਦਾ, ਹੁਣ ਪੁੱਤਰ ਦੇ ਮਨ ਵਿੱਚ ਮੋਹ ਹੈ ਆਪਣੇ ਬੱਚਿਆਂ ਨੂੰ ਪਾਲਣ ਦਾ। ਹੁਣ ਉਹੀ ਆਸ ਤੇ ਇੱਛਾਵਾਂ ਰੱਖ ਕੇ ਉਹ ਪਾਲ ਰਿਹਾ ਹੈ। ਹੁਣ ਇੱਧਰ ਕੀ ਹੋਇਆ ਹੈ? ਹੁਣ ਜਿਹੜੀ ਆਸ ਤੱਕੀ ਸੀ ਉਹਨੇ ਕਿ ਮੇਰਾ ਬੱਚਾ ਵੱਡਾ ਹੋਊਗਾ, ਮੈਨੂੰ ਸੰਭਾਲੂਗਾ, ਬੱਚੇ ਨੇ ਕੀ ਕੀਤਾ? ਚੁੱਕਿਆ ਬਾਪੂ ਦੀ ਸਾਰੀ ਪ੍ਰਾਪਰਟੀ ਆਪਣੇ ਨਾਂ ਲਿਖਵਾਈ ਤੇ ਬਾਪੂ ਨੂੰ ਚੁੱਕ ਕੇ ਗੈਰਜ ਵਿੱਚ ਰੱਖਤਾ। ਭਾਈ ਤੂੰ ਗੈਰਜ ਵਿੱਚ ਰਿਹਾ ਕਰ। ਮਾਂ ਬਾਪ ਗੈਰਜ ਵਿੱਚ ਬਿਠਾ ਦਿੱਤੇ। ਹੁਣ ਇਹ ਨਹੀਂ ਜਾਣ ਰਿਹਾ ਭਾਈ ਇੱਕ ਦਿਨ ਤੈਂ ਵੀ ਇੱਥੇ ਹੀ ਆਉਣਾ ਹੈ, ਕਿਉਂਕਿ ਜਿੰਨਾ ਉੱਪਰ ਤੂੰ ਆਸਾ ਤੱਕ ਰਿਹਾ ਆਖਰ ਇਹ ਮੋਹ ਮਾਇਆ ਦੇ ਵਿੱਚ ਲਿਬੜੇ ਹੋਏ ਨੇ, ਤੇ ਮਾਇਆ ਮੋਹ ਕਿਸੇ ਦਾ ਰਿਸ਼ਤਾ ਨਹੀਂ। ਜਿਹਦੇ ਜੀਵਨ ਵਿੱਚ ਸਵਾਰਥ ਆ ਨਾ, ਮਾਇਆ ਦਾ ਮੋਹ ਹੈ ਨਾ, ਵਿਕਾਰਾਂ ਦੀ ਮੋਹ ਹੈ, ਉਹ ਕਿਸੇ ਦਾ ਨਾ ਪੁੱਤ ਬਣਦਾ ਹੈ, ਨਾ ਕਿਸੇ ਦਾ ਉਹ ਰਿਸ਼ਤੇਦਾਰ ਬਣਦਾ ਹੈ। ਉਹਦਾ ਤੇ ਰਿਸ਼ਤਾ ਸਿਰਫ ਉਦੋਂ ਤੱਕ ਹੈ ਜਦ ਤੱਕ ਉਹਦਾ ਸਵਾਰਥ ਪੂਰਾ ਨਹੀਂ ਹੁੰਦਾ। ਜਿੱਦਣ ਉਹਦਾ ਸਵਾਰਥ ਮੁਕੰਮਲ ਹੋ ਜਾਂਦਾ ਹੈ ਉਹ ਲੱਤ ਮਾਰ ਕੇ ਬਾਹਰ ਕੱਢ ਦਿੰਦਾ ਹੈ। ਇਹੀ ਹਾਲਾਤ ਆ। ਸਾਹਿਬ ਕਹਿੰਦੇ ਜੇ ਤੂੰ ਆਸ ਪ੍ਰਮਾਤਮਾ ਦੀ ਤੱਕਦਾ, ਜੇ ਆਸ ਉਸ ਨਿਰੰਕਾਰ ਦੀ ਤੱਕਦਾ, ਜੇ ਆਸ ਵਾਹਿਗੁਰੂ ਦੀ ਤੱਕਦਾ, ਤੇ ਚੇਤਾ ਰੱਖੀ ਕਦੀ ਵੀ ਤੇਰੇ ਹਿਰਦੇ ਵਿੱਚ ਹੀਣ ਭਾਵਨਾ ਨਾ ਆਉਂਦੀ। ਜ਼ਿੰਦਗੀ ਵਿੱਚ ਆਸ ਜਿਹਦੀ ਇੱਕ ਅਕਾਲ ਪੁਰਖ ਤੇ ਆ ਨਾ, ਉਹ ਕਦੀ ਵੀ ਨਹੀਂ ਹਾਰਦਾ, ਉਹਨੂੰ ਕਦੀ ਵੀ ਹਾਰ ਨਸੀਬ ਨਹੀਂ ਹੁੰਦੀ, ਕਿਉਂਕਿ ਉਹ ਸੱਚ ਦੇ ਰਸਤੇ ਤੇ ਤੁਰਦਾ ਹੈ। ਆਸਾ ਸਭੇ ਲਾਹਿਕ ਹੈ, ਇੱਕਾ ਆਸ ਕਮਾਓ। ਸਾਹਿਬ ਕਹਿੰਦੇ ਦੁਨੀਆ ਦੀਆਂ ਸਾਰੀਆਂ ਆਸ਼ਾਵਾਂ ਆਪਣੇ ਮਨ ਵਿੱਚੋਂ ਦੂਰ ਕਰਕੇ ਇੱਕੋ ਇੱਕ ਪਰਮਾਤਮਾ ਦੇ ਉੱਪਰ ਆਪਣੀ ਪੱਕੀ ਆਸ ਰੱਖ। ਆ ਨਾ ਤੁਰਿਆ ਕਰ ਵੀ ਫਲਾਣੇ ਮੰਦਿਰ ਵਿੱਚ ਜਾ ਕੇ ਮੱਥਾ ਟੇਕਿਆ ਬਾਪ ਉਹ ਖੁਸ਼ ਹੋ ਜਾਵੇਗਾ ਦੇਵਤਾ। ਆ ਸਾਡੀ ਵੀ ਅੱਜ ਆਸ਼ਾਵਾਂ ਨੇ। ਅਸੀਂ ਜੀ ਸੁਖਣਾ ਸੁਖੀ ਹੈ, ਬਾਬਾ ਜੀ ਦੇ 50 ਪਾਠ ਕਰਾਉਣੇ ਨੇ ਜਾ ਕੇ। ਕੋਈ ਫਲਾਣੇ ਸ਼ਹੀਦਾਂ ਦੇ ਸੁਖਣਾ ਚੱਲਿਆ, ਕੋਈ ਕਿਤੇ ਚੱਲਿਆ, ਕੋਈ ਕਹਿੰਦਾ ਮੈਂ ਇੰਨੇ ਨਰੀਏਲ ਚੜਾਊਂਗਾ, ਕੋਈ ਕਹਿੰਦਾ ਮੈਂ ਸੋਨੇ ਦੀ ਪਾਲਕੀ ਚੜਾਊਂਗਾ। ਸਤਿਗੁਰੂ ਕਹਿੰਦੇ ਇਹ ਦੇਵੀ ਦੇਵਤਿਆਂ ਪੱਥਰਾਂ ਦੀਆਂ ਮੂਰਤਾਂ, ਇਹ ਕਬਰਾਂ ਮੜੀਆਂ ਮਸਾਨਾਂ ਤੋਂ ਆਸਾਵਾਂ ਨਹੀਂ ਕਦੀ ਪੂਰੀਆਂ ਹੁੰਦੀਆਂ। ਆਸਾ ਪੂਰਨ ਦਾਤਾ ਕੇਵਲ ਇੱਕੋ ਇੱਕ ਅਕਾਲ ਪੁਰਖ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈਂ ਮੇਰੇ ਮਨਾ। ਸਾਡੀ ਤੇ ਅਰਦਾਸ ਇਹ ਹੋਣੀ ਚਾਹੀਦੀ ਹੈ, ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਧ ਹੀ ਪਾਸ। ਇਹ ਭਰੋਸਾ ਹੋਣਾ ਚਾਹੀਦਾ ਹੈ। ਜਿਨੀ ਸਤਿਗੁਰੂ ਸੇਵਿਆ ਤਿਨ ਅੱਗੇ ਮਿਲਿਆ ਥਾਉ,
ਸਾਹਿਬ ਕਹਿੰਦੇ ਜਿਨ੍ਹਾਂ ਨੇ ਇਸ ਜੀਵਨ ਵਿੱਚ ਅੱਜ ਵਿੱਚ ਪ੍ਰੈਜ਼ੈਂਟ ਦੀ ਗੱਲ ਕਰ ਰਹੇ, ਜਿਨ੍ਹਾਂ ਨੇ ਅੱਜ ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਮੁਤਾਬਕ ਆਪਣੇ ਜੀਵਨ ਨੂੰ ਜਿਉਣਾ ਸ਼ੁਰੂ ਕਰ ਲਿਆ, ਫਾਲੋ ਕਰਨਾ ਸ਼ੁਰੂ ਕੀਤਾ, ਗੁਰੂ ਦੀ ਮੱਤ ਨੂੰ ਜੀਵਨ ਦੇ ਵਿੱਚ ਚੰਗੇ ਕੰਮ ਕਰਨੇ ਸ਼ੁਰੂ ਕਰ ਲਏ, ਤੈਨੂੰ ਅੱਗੇ ਮਿਲਿਆ ਥਾਂ। ਉਹਨਾਂ ਦਾ ਫਿਊਚਰ, ਅੱਗੇ ਦਾ ਅਰਥ ਆ ਆਉਣ ਵਾਲਾ ਸਮਾਂ। ਜਿਨ੍ਹਾਂ ਨੇ ਅੱਜ ਆਪਣਾ ਜੀਵਨ ਪ੍ਰੈਜ਼ੈਂਟ ਨੂੰ ਸਵਾਰਿਆ, ਅੱਗੇ ਮਿਲਿਆ ਥਾਂ, ਉਹਨਾਂ ਨੂੰ ਆਉਣ ਵਾਲਾ ਸਮਾਂ ਉਹਨਾਂ ਦਾ ਆਪਣੇ ਆਪ ਵਧੀਆ ਹੋ ਗਿਆ, ਕਿਉਂਕਿ ਅੱਜ ਨੀਂਹ ਪੱਕੀ ਰੱਖੀ ਹੈ, ਕੱਲ੍ਹ ਦੀ ਆਪਣੇ ਆਪ ਮੁਕੰਮਲਤਾ ਹੋ ਜਾਵੇਗੀ। ਸਾਹਿਬ ਕਹਿੰਦੇ ਜਿਨ੍ਹਾਂ ਨੇ ਅੱਜ ਸੱਚੇ ਗੁਰੂ ਦੀ ਸੇਵਾ ਕੀਤੀ, ਪ੍ਰੈਜ਼ੈਂਟ ਦੇ ਵਿੱਚ ਗੁਰੂ ਦੇ ਹੁਕਮ ਤੇ ਤੁਰੇ, ਚੰਗੇ ਕੰਮ ਕਰਨੇ ਸ਼ੁਰੂ ਕੀਤੇ, ਚੰਗੇ ਵਿਚਾਰ ਆਉਣੇ ਸ਼ੁਰੂ ਹੋਏ, ਮਾਨਵਤਾ ਦਾ ਭਲਾ ਕਰਨਾ ਸ਼ੁਰੂ ਕੀਤਾ, ਦੀਨ ਕਮਜ਼ੋਰਾਂ ਦੀ ਬਾਂਹ ਫੜਨੀ ਸ਼ੁਰੂ ਕੀਤੀ, ਸਾਹਿਬ ਕਹਿੰਦੇ ਉਹਨਾਂ ਦਾ ਆਉਣ ਵਾਲਾ ਸਮਾਂ ਬਿਨਾਂ ਸ਼ੱਕ ਬਹੁਤ ਵਧੀਆ ਹੈ, ਕਿਉਂਕਿ ਉਹਨਾਂ ਦਾ ਅੱਜ ਵਧੀਆ ਹੈ। ਮਨ ਮੇਰੇ ਕਰਤੇ ਨੂੰ ਸਲਾਹ, ਹੇ ਮੇਰੇ ਮਨ ਕਰਤਾ ਪੁਰਖ ਅਕਾਲ ਪੁਰਖ ਦੀ ਹੀ ਕੇਵਲ ਸਿਫਤ ਸਲਾਹ ਕਰ। ਛੱਬੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ ਰਹਾਓ। ਆਪਣੇ ਜੀਵਨ ਦੇ ਵਿੱਚੋਂ ਸਿਆਣਪਾਂ ਚਤੁਰਾਈਆਂ ਸਾਰੀਆਂ ਛੱਡ ਕੇ ਕੇਵਲ ਤਾਂ ਕੇਵਲ ਇੱਕ ਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗ, ਸਤਿਗੁਰੂ ਜੀ ਕੇ ਸ਼ਬਦ ਨਾਲ ਸਾਂਝ ਪਾ, ਕੇਵਲ ਤਾਂ ਕੇਵਲ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ। ਬਾਕੀ ਸਾਰੇ ਡਰ, ਬਾਕੀ ਸਾਰੇ ਜੀਵਨ ਦੇ ਸੰਸੇ ਖਤਮ ਕਰ ਦੇ, ਕੇਵਲ ਇੱਕ ਅਕਾਲ ਪੁਰਖ ਤੇ ਭਰੋਸਾ ਰੱਖ। ਸਿਆਣਪਾਂ ਚਤੁਰਾਈਆਂ ਖਤਮ ਕਰ ਦੇ ਆਪਣੀਆਂ। ਰਹਾਓ, ਇਹ ਰਹਾਓ ਦਾ ਬੰਦ ਆ। ਇਹ ਦੋ ਬੰਦ ਆਪਾਂ ਪਹਿਲੇ ਵਿਚਾਰ ਲੈਨੇ, ਹੁਣ ਦੂਸਰਾ ਬੰਦ ਆ ਪਾਵਨ ਸ਼ਬਦ ਦਾ। ਦੁੱਖ ਭੁੱਖ ਨਹਿ ਵਿਆਪਈ, ਜੇ ਸੁਖ ਦਾਤਾ ਮਨ ਹੋਏ। ਦੁੱਖ ਭੁੱਖ ਨਾ ਵਿਆਪਈ, ਜੇ ਸੁਖ ਦਾਤਾ ਮਨ ਹੋਏ। ਸੁਖ ਦਾਤਾ, ਸੁਖ ਦੇਣ ਵਾਲਾ ਦਾਤਾ ਅਕਾਲ ਪੁਰਖ ਮਨ ਨੰਨੇ ਨੂੰ ਸਿਹਾਰੀ ਹੈ, ਮਨ ਵਿੱਚ ਹੋਏ ਜੇ ਤ੍ਰਿਕਿਆ ਰਵੇ। ਸਾਹਿਬ ਕਹਿੰਦੇ ਜੇ ਸੁੱਖਾਂ ਦਾ ਦਾਤਾ, ਸੁੱਖ ਦੇਣ ਵਾਲਾ ਪਰਮਾਤਮਾ ਮਨੁੱਖ ਇਕਾਗਰਤਾ ਦੇ ਨਾਲ, ਪੂਰੇ ਭਰੋਸੇ ਨਾਲ ਆਪਣੇ ਮਨ ਵਿੱਚ ਵਸਾ ਲਵੇ, ਤਾਂ ਚੇਤਾ ਰੱਖੀ ਫਿਰ ਦੁਨੀਆ ਦਾ ਕੋਈ ਵੀ ਦੁੱਖ ਮਨੁੱਖ ਦੇ ਜੀਵਨ ਵਿੱਚ ਜ਼ੋਰ ਨਹੀਂ ਪਾ ਸਕੇਗਾ। ਨਾ ਹੀ ਮਾਇਆ ਤੇ ਤ੍ਰਿਸ਼ਨਾ ਦੀ ਭੁੱਖ ਮਨੁੱਖ ਨੂੰ ਫਿਰ ਵਿਆਕੁਲ ਕਰ ਸਕੇਗੀ, ਤੜਫਾਵੇਗੀ, ਕਿਉਂਕਿ ਮਨੁੱਖ ਸੰਤੋਖੀ ਹੋ ਜਾਵੇਗਾ, ਸਬਰ ਵਿੱਚ ਆ ਜਾਵੇਗਾ, ਸਿਦਕ ਵਿੱਚ ਆ ਜਾਵੇਗਾ। ਦੁੱਖ ਆ ਮਾਇਆ ਦਾ ਦੁੱਖ, ਵਿਕਾਰਾਂ ਦਾ ਦੁੱਖ, ਭੁੱਖ ਆ ਤ੍ਰਿਸ਼ਨਾ ਦੀ ਭੁੱਖ। ਦੁੱਖ ਤੇ ਭੁੱਖ, ਕਿਉਂਕਿ ਮਨੁੱਖ ਦੇ ਅੰਦਰ ਜਿਹੜੀ ਭੁੱਖ ਆ, ਲਾਲਸਾ ਨਾ, ਇਹੀ ਇਹਦੀ ਬਰਬਾਦੀ ਦਾ ਕਾਰਨ ਆ। ਤੇ ਵਿਕਾਰਾਂ ਚੋਂ ਪ੍ਰਗਟ ਹੋਏ ਦੁੱਖ ਇਹਦੀ ਜ਼ਿੰਦਗੀ ਨੂੰ ਨੀਵਾਂ ਲੈ ਕੇ ਜਾ ਰਹੇ ਨੇ। ਸਾਹਿਬ ਕਹਿੰਦੇ ਜਦੋਂ ਤੂੰ ਸੁੱਖਾਂ ਦੇ ਦਾਤੇ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਲਵੇਂਗਾ, ਫਿਰ ਤੇਰੇ ਜੀਵਨ ਵਿੱਚੋਂ ਤ੍ਰਿਸ਼ਨਾ ਦੀ ਭੁੱਖ ਮਿਟ ਜਾਵੇਗੀ ਤੇ ਮਾਇਆ ਦੇ ਵਿਕਾਰਾਂ ਦਾ ਦੁੱਖ ਵੀ ਤੇਰੇ ਜੀਵਨ ਵਿੱਚ ਜ਼ੋਰ ਨਹੀਂ ਪਾ ਸਕੇਗਾ। ਕਿਤੇ ਹੀ ਕੰਮ ਨਾ ਸਿੱਝੀਐ, ਜਾਂ ਹਿਰਦੈ ਸੱਚਾ ਸੋਏ। ਕਿਤ ਦਾ ਅਰਥ ਹੈ ਕਿਸੇ ਵਿੱਚ, ਕੰਮ ਵਿੱਚ, ਮੰਮੀ ਨੂੰ ਸਿਹਾਰੀ ਹੈ, ਕੰਮ ਵਿੱਚ ਨਾ ਸਿੱਝੀਐ। ਸਿੱਝੀਏ ਦਾ ਅਰਥ ਹੈ ਕਮਜ਼ੋਰ ਹੋਈਦਾ ਹੈ, ਆਤਮਿਕ ਜੀਵਨ ਵਿੱਚ ਕਮਜ਼ੋਰ ਹੋਈਦਾ ਹੈ। ਕਿਉਂਕਿ ਅਸੀਂ ਆਮ ਕਰਕੇ ਨਾ ਜਿਸ ਜੀਵਨ ਦੇ, ਜਿਸ ਕਰਮ ਵਿੱਚ ਸਾਡਾ ਉਤਸ਼ਾਹ ਹੈ ਨਾ, ਜਾਂ ਅਸੀਂ ਉਹਨੂੰ ਬੜੇ ਉਤਸ਼ਾਹ ਨਾਲ ਕਰਦੇ ਹਾਂ, ਉਹ ਕੰਮ ਸਾਨੂੰ ਥਕਾਵਟ ਵੀ ਨਹੀਂ ਦਿੰਦਾ, ਉਹ ਕੰਮ ਸਾਡਾ ਮੁਕੰਮਲ ਹੁੰਦਾ ਹੈ। ਪਰ ਕਈ ਵਾਰੀ ਅਸੀਂ ਨਾ ਹਿੰਮਤ ਹਾਰ ਜਾਂਦੇ ਹਾਂ, ਬਹੁਤੀ ਵਾਰੀ ਅਸੀਂ ਢੇਰੀ ਢਾ ਦਿੰਦੇ ਹਾਂ ਵੀ ਨਹੀਂ ਬਸ ਬਹੁਤ ਹੋ ਗਿਆ, ਹੁਣ ਨਹੀਂ ਮੈਂ ਕਰਨਾ। ਸਤਿਗੁਰੂ ਕਹਿੰਦੇ ਨਾ, ਢੇਰੀ ਨਾ ਢਾਈ ਕਦੀ। ਜਿਨ੍ਹਾਂ ਨੇ ਇਸ ਜ਼ਿੰਦਗੀ ਦੇ ਵਿੱਚ, ਇਸ ਜੀਵਨ ਦੇ ਵਿੱਚ ਢੇਰੀ ਢਾ ਦਿੱਤੀ ਨਾ, ਜਿਹੜੇ ਸ਼ਸਤਰ ਆਪਣੇ ਸੁੱਟ ਕੇ ਬਹਿ ਗਏ, ਜਿਨ੍ਹਾਂ ਨੇ ਹੌਸਲਾ ਆਪਣੇ ਜੀਵਨ ਚੋਂ, ਕੌਨਫੀਡੈਂਸ ਖਤਮ ਕਰਤਾ, ਆਹ ਸੁਸਾਈਡ ਕੀ ਹੈ? ਕੌਣ ਸੁਸਾਈਡ ਕਰਦਾ ਹੈ? ਜਿਹੜਾ ਆਤਮਿਕ ਤੌਰ ਤੇ ਪਹਿਲਾਂ ਮਰਦਾ ਹੈ, ਜੋ ਆਤਮਿਕ ਤੌਰ ਤੇ ਹਾਰ ਜਾਂਦਾ ਹੈ। ਸਾਹਿਬ ਕਹਿੰਦੇ ਮੈਂ ਨਹੀਂ ਚਾਹੁੰਦਾ ਮੇਰਾ ਸਿੱਖ ਆਤਮਿਕ ਤੌਰ ਤੇ ਕਮਜ਼ੋਰ ਹੋਵੇ। ਤੋ ਸਾਹਿਬ ਜੀ ਪੂਰੀ ਪੰਕਤੀ 'ਚ ਕਿਰਪਾ ਕਰ ਰਹੇ, ਕਹਿੰਦੇ ਜਦੋਂ ਹਿਰਦੇ ਦੇ ਵਿੱਚ
ਸਦਾ ਅਟਲ ਰਹਿਣ ਵਾਲਾ ਪਰਮਾਤਮਾ। ਕਿਤੇ ਹੀ ਕੰਮ ਨ ਸਿੱਝੀਐ ਜਾਂ ਹਿਰਦੈ ਸੱਚਾ ਸੋਏ। ਸਿੱਝੀਏ ਦਾ ਅਰਥ ਹੈ ਕਮਜ਼ੋਰ ਹੋਈਦਾ ਹੈ। ਸਭ ਕਹਿੰਦੇ ਜਦੋਂ ਹਿਰਦੇ ਦੇ ਵਿੱਚ ਸਭ ਸੁੱਖਾਂ ਦਾ ਦਾਤਾ ਪਰਮਾਤਮਾ ਹਿਰਦੇ ਵਿੱਚ ਵਸ ਜਾਂਦਾ ਹੈ, ਉਹ ਹਿਰਦੇ ਵਿੱਚ ਰਹਿਣ ਲੱਗਦਾ ਹੈ ਪਰਮਾਤਮਾ, ਫਿਰ ਕਿਸੇ ਵੀ ਕੰਮ ਦੇ ਵਿੱਚ ਮਨੁੱਖ ਨੂੰ ਹਾਰ ਨਹੀਂ ਮਿਲਦੀ, ਮਨੁੱਖ ਕਮਜ਼ੋਰ ਨਹੀਂ ਹੁੰਦਾ। ਆਤਮਿਕ ਜੀਵਨ ਤੇ ਉਹ ਮਜ਼ਬੂਤ ਹੋ ਜਾਂਦਾ ਹੈ ਤੇ ਹਰ ਇੱਕ ਵੱਡੇ ਤੋਂ ਵੱਡੇ ਪਹਾੜ ਦੇ ਨਾਲ ਉਹ ਟਕਰਾ ਜਾਂਦਾ ਹੈ, ਕਿਉਂਕਿ ਉਹ ਦੁਨੀਆ ਦੇ ਹਰ ਇੱਕ ਕਰਮ ਨੂੰ ਕਰਨ ਦੇ ਵਿੱਚ ਆਪਣਾ ਕੌਨਫੀਡੈਂਸ ਲੈਵਲ ਉੱਚਾ ਕਰ ਲੈਂਦਾ ਹੈ, ਪੋਜ਼ਿਟਿਵ ਸੋਚਦਾ ਹੈ, ਉਹਦੇ ਅੰਦਰੋਂ ਨੈਗੇਟਿਵਿਟੀ ਖਤਮ ਹੋ ਜਾਂਦੀ ਹੈ, ਕਿਉਂਕਿ ਉਹਨੂੰ ਸਮਝ ਪੈ ਜਾਂਦੀ ਹੈ ਮੈਂ ਇਕੱਲਾ ਨਹੀਂ, ਪਰਮਾਤਮਾ ਹਰ ਵਕਤ ਮੇਰੇ ਨਾਲ ਹਾਜ਼ਰ ਨਾਜ਼ਰ ਆ। ਫਿਰ ਪਰਮਾਤਮਾ ਦੀ ਓਟ ਲੈ ਕੇ, ਆਸਰਾ ਲੈ ਕੇ ਉਹ ਆਪਣੇ ਕੰਮ ਵੱਲ ਨੂੰ ਤੁਰ ਪੈਂਦਾ ਹੈ ਤੇ ਇੱਕ ਦਿਨ ਆਪਣੇ ਇਸ ਜੀਵਨ ਦੇ ਕਾਰਜ ਵਿੱਚ, ਆਪਣੀ ਜੀਵਨ ਦੀ ਸੱਚਾਈ ਦੇ ਵਿੱਚ, ਉਸ ਸਿਧਾਂਤ ਨੂੰ ਕਮਾਉਣ ਵਿੱਚ, ਗੁਰੂ ਦੇ ਬਚਨਾਂ ਦੀ ਕਮਾਈ ਦੇ ਵਿੱਚ ਸਫਲ ਹੋ ਜਾਂਦਾ ਹੈ। ਜਿਸ ਤੂੰ ਰੱਖੇ ਹੱਥ ਦੇ, ਤਿਸ ਮਾਰ ਨ ਸਕੈ ਕੋਏ। ਸਭ ਕਹਿੰਦੇ ਜਿਹਦੇ ਉੱਪਰ ਤੂੰ ਰਹਿਮਤ ਭਰਿਆ ਹੱਥ ਰੱਖ ਦਵੇਂ ਉਹਨੂੰ ਕੋਈ ਮਾਰ ਨਹੀਂ ਸਕਦਾ। ਹੁਣ ਇੱਥੇ ਧਿਆਨ ਦੇਣਾ, ਕਿਹੜੀ ਗੱਲ ਗੁਰੂ ਜੀ ਬੜੀ ਅੰਦਰੂਨੀ ਭਾਵਪੂਰਤ ਗੱਲ ਕਰ ਰਹੇ ਨੇ। ਮੌਤ ਮਨੁੱਖ ਦੀ ਤੈਅ ਆ, ਕਾਰਨ ਵੀ ਤੈਅ ਆ, ਕਿਸੇ ਵੀ ਤਰੀਕੇ ਨਾਲ ਆ ਸਕਦੀ ਹੈ। ਇੱਕ ਇਹ ਸੰਸਾਰੀ ਮੌਤ ਆ, ਇੱਕ ਆ ਆਤਮਿਕ ਮੌਤ। ਸਰੀਰੀ ਮੌਤ ਤੋਂ ਆਤਮਿਕ ਮੌਤ। ਆਤਮਿਕ ਮੌਤ ਕਦੋਂ ਮਰਦੇ ਆ? ਜਦੋਂ ਅਸੀਂ ਵਿਕਾਰਾਂ ਦੇ ਗੁਲਾਮ ਹੋ ਜਾਂਦੇ ਹਾਂ, ਜਦੋਂ ਅਸੀਂ ਮੰਦੀਆਂ ਵਾਸ਼ਨਾਵਾਂ ਦੇ ਗੁਲਾਮ ਹੋ ਜਾਂਦੇ ਹਾਂ, ਜਦੋਂ ਸਾਡੇ ਅੰਦਰ ਗੰਦੇ ਖਿਆਲ ਪੈਦਾ ਹੋਣ ਲੱਗ ਪੈਂਦੇ ਨੇ, ਜਦੋਂ ਸਾਡੇ ਅੰਦਰ ਕਾਮ ਵਾਸ਼ਨਾ ਮਾਇਆ ਦਾ ਨਸ਼ਾ ਇਹ ਜ਼ਹਿਰ ਬਣ ਕੇ ਸਾਡੇ ਅੰਦਰ ਪੈਣ ਲੱਗਦਾ ਹੈ, ਉਦੋਂ ਅਸੀਂ ਆਤਮਿਕ ਤੌਰ ਤੇ ਮਰ ਜਾਂਦੇ ਹਾਂ। ਸਭ ਕਹਿੰਦੇ ਜਿਸ ਤੂੰ ਰੱਖੇ ਹੱਥ ਦੇ, ਜਿਨ੍ਹਾਂ ਦੇ ਉੱਪਰ ਤੂੰ ਆਪਣੀ ਕਿਰਪਾ ਦੀ ਨਿਗਾਹ ਕਰ ਦਿੰਦਾ, ਜੋ ਤੇਰੇ ਰਸਤੇ ਤੇ ਤੁਰ ਪੈਂਦੇ ਨੇ, ਜੋ ਇਹ ਸਮਝ ਲੈਂਦੇ ਨੇ ਕਿ ਪਰਮਾਤਮਾ ਸਾਡੇ ਹਾਜ਼ਰ ਨਾਜ਼ਰ ਆ, ਸਾਡੇ ਹਿਰਦੇ ਵਿੱਚ ਵਸਦਾ ਹੈ, ਉਹਨਾਂ ਦੇ ਅੰਦਰ ਇੰਨਾ ਕੌਨਫੀਡੈਂਸ ਬਣ ਜਾਂਦਾ ਹੈ ਕਿ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਸਦਾ ਸਾਡੀ ਰੱਖਿਆ ਕਰ ਰਿਹਾ ਹੈ, ਸਦਾ ਆਪਣੀ ਕਿਰਪਾ ਦਾ ਹੱਥ ਉਹਨੇ ਸਾਡੇ ਮਸਤਕ ਤੇ ਰੱਖਿਆ ਹੋਇਆ ਹੈ। ਇਸ ਕਰਕੇ ਉਹਨਾਂ ਨੂੰ ਇਹ ਭਰੋਸਾ ਬਣ ਜਾਂਦਾ ਹੈ ਤਿਸ ਮਾਰ ਨਾ ਸਕੈ ਕੋਏ। ਹੁਣ ਮੈਨੂੰ ਦੁਨੀਆ ਦਾ ਕੋਈ ਵਿਕਾਰ, ਦੁਨੀਆ ਦਾ ਕੋਈ ਲਾਲਚ, ਦੁਨੀਆ ਦਾ ਕੋਈ ਡਰ, ਦੁਨੀਆ ਦਾ ਕੋਈ ਭਰਮ, ਦੁਨੀਆ ਦਾ ਕੋਈ ਵੀ ਤਰੀਕੇ ਦਾ ਮੈਨੂੰ ਦਿੱਤਾ ਹੋਇਆ ਕਿਸੇ ਵੀ ਤਰੀਕੇ ਦਾ ਭੈ ਹੁਣ ਮੇਰਾ ਕੁਝ ਵੀ ਨਹੀਂ ਕਰ ਸਕਦਾ। ਕੋਈ ਮੇਰੇ ਸਰੀਰ ਨੂੰ ਮਿਟਾ ਦੇਵੇ, ਬੰਦ ਕੱਟ ਦੇਵੇ, ਚਰਖੜੀਆਂ ਤੇ ਚਾੜ ਦੇਵੇ, ਪਰ ਮੇਰੀ ਆਤਮਾ ਨੂੰ ਨਹੀਂ ਖਰੀਦ ਸਕਦਾ, ਕਿਉਂਕਿ ਆਤਮਾ ਹੁਣ ਮਜ਼ਬੂਤ ਹੋ ਗਈ ਹੈ, ਜ਼ਮੀਰ ਉੱਚਾ ਹੋ ਗਿਆ ਹੈ। ਹੁਣ ਇਹ ਸਮਝ ਪੈ ਗਈ ਹੈ ਮੈਨੂੰ ਸਦਾ ਮੇਰੀ ਰੱਖਿਆ, ਮੇਰਾ ਨਿਰੰਕਾਰ, ਮੇਰਾ ਪਰਮਾਤਮਾ ਮੇਰੇ ਨਾਲ ਕਰ ਰਿਹਾ ਹੈ। ਤਾਤੀ ਵਾਓ ਨ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ, ਰਾਖ ਲੀਏ ਤਿਨ ਰੱਖਣ ਹਾਰ, ਸਭ ਬਿਆਦ ਮਿਟਾਈ, ਕਹੋ ਨਾਨਕ ਕਿਰਪਾ ਪਈ ਪ੍ਰਭੈ ਸਹਾਈ। ਸੁਖ ਦਾਤਾ ਗੁਰ ਸੇਵੀਐ, ਸਭ ਅਵਗਣ ਕੱਢੈ ਤੋਏ। ਸੁਖਾਂ ਦਾ ਦਾਤਾ ਨਿਰੰਕਾਰ ਪਰਮਾਤਮਾ ਵਾਹਿਗੁਰੂ ਗੁਰੂ ਸੇਵੀਐ, ਗੁਰੂ ਜੀ ਦੇ ਗਿਆਨ ਦੇ ਰਾਹੀਂ ਮੇਰੇ ਹਿਰਦੇ ਵਿੱਚ ਆ ਵਸਿਆ ਹੈ ਤੇ ਮੈਂ ਹੁਣ ਨਿਤ ਗੁਰੂ ਜੀ ਦੇ ਰਾਹੀਂ, ਗੁਰੂ ਜੀ ਦੇ ਦਿੱਤੇ ਹੋਏ ਗਿਆਨ ਦੇ ਰਾਹੀਂ ਉਸ ਪਰਮਾਤਮਾ ਜੋ ਮੇਰੇ ਹਿਰਦੇ ਵਿੱਚ ਵਸਦਾ ਹੈ, ਹਾਜ਼ਰ ਨਾਜ਼ਰ ਨਿਰੰਕਾਰ ਦੀ ਸੇਵਾ ਮੈਂ ਪ੍ਰਾਰੰਭ ਕਰ ਦਿੱਤੀ ਹੈ। ਸਦਾ ਉਹਦੇ ਹੁਕਮ ਦੇ ਵਿੱਚ ਤੁਰਨਾ ਸ਼ੁਰੂ ਕਰਤਾ ਹੈ। ਸਭ ਅਵਗਣ ਕੱਢੈ ਤੋਏ, ਤੇ ਮੇਰੇ ਵਿੱਚੋਂ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਜੀ ਨੇ ਮੇਰੇ ਜੀਵਨ ਵਿੱਚੋਂ ਸਾਰੇ ਅਵਗੁਣ ਕੱਢ ਦਿੱਤੇ ਨੇ ਤੇ ਮੇਰੇ ਮਨ ਨੂੰ ਨਿਰਮਲ ਕਰ ਦਿੱਤਾ ਹੈ, ਮੇਰੇ ਮਨ ਨੂੰ ਧੋ ਦਿੱਤਾ ਹੈ, ਮੇਰੇ ਮਨ ਨੂੰ ਪਵਿੱਤਰ ਕਰ ਦਿੱਤਾ ਹੈ। ਸੇਵਾ ਮੰਗੈ ਸੇਵਕੋ, ਲਾਈਆਂ ਆਪਣੀ ਸੇਵ। हे ਪ੍ਰਕਾਸ਼ ਸਰੂਪ ਪਰਮਾਤਮਾ ਵਾਹਿਗੁਰੂ ਜੀ, ਮੈਂ ਤੇਰਾ ਸੇਵਕ ਹਾਂ ਤੇ ਤੇਰੇ ਪਾਸੋਂ ਇਹ ਅਰਦਾਸ ਕਰਦਾ ਹਾਂ,
ਬੇਨਤੀਆਂ ਕਰਦਾ ਹਾਂ, ਇਹ ਦਾਨ ਮੰਗਦਾ ਹਾਂ ਤੇਰੇ ਕੋਲੋਂ, ਜਿਨ੍ਹਾਂ ਨੂੰ ਤੂੰ ਆਪਣੀ ਸੇਵਾ ਦੇ ਵਿੱਚ ਲਾਇਆ ਹੋਇਆ ਹੈ ਨਾ, ਉਹਨਾਂ 'ਤੇ ਕਿਰਪਾ ਕਰ, ਉਹਨਾਂ ਨੂੰ ਆਪਣੇ ਵਰਗਾ ਬਣਾ ਲਾ। ਉਹਨਾਂ ਦੀ ਮਿਹਨਤ ਨੂੰ ਸਫਲ ਕਰ, ਜਿਨ੍ਹਾਂ ਦੇ ਉੱਪਰ ਤੂੰ ਪਿਆਰ ਤੇ ਰਹਿਮਤ ਦੀ ਦ੍ਰਿਸ਼ਟੀ ਪਾਉਣਾ ਹੈ, ਜਿਨ੍ਹਾਂ ਨੇ ਸੱਚ ਦੇ ਰਸਤੇ 'ਤੇ ਤੁਰਨਾ ਸ਼ੁਰੂ ਕੀਤਾ ਹੈ, ਜੋ ਮਿਹਨਤ ਕਰ ਰਹੇ ਨੇ ਤੇਰੇ ਤੱਕ ਪਹੁੰਚਣ ਦੀ। ਸੱਚੇ ਗੁਰੂ ਜੀ ਕਹਿੰਦੇ, ਮੈਂ ਅਰਦਾਸ ਕਰਦਾ ਉਹਨਾਂ ਜੀਵ ਇਸਤਰੀਆਂ ਦੇ ਪ੍ਰਥਾਏ ਕਿ ਹੇ ਪ੍ਰਮਾਤਮਾ ਜੀ, ਤੁਸੀਂ ਉਹਨਾਂ ਨੂੰ ਆਪਣੇ ਨਾਲ ਮਿਲਾ ਲਓ। ਸਾਧੂ ਸੰਗ ਮਸਕਤੇ ਤੁਠੈ ਪਾਵਾਂ ਦੇਵ, ਹੇ ਪ੍ਰਭੂ ਤੂੰ ਆਪਣੀ ਮਿਹਰ ਦੀ ਨਿਗਾਹ ਕਰ ਤੇ ਸਾਨੂੰ ਸਾਰਿਆਂ ਨੂੰ ਸੱਚੇ ਗੁਰੂ ਜੀ ਦੀ ਸੰਗਤ ਬਖਸ਼। ਜਿਸ ਸੱਚੇ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕੀਤਿਆਂ, ਗੁਰੂ ਜੀ ਦੇ ਗਿਆਨ ਨੂੰ ਪ੍ਰਾਪਤ ਕੀਤਿਆਂ, ਸੱਚ ਤੇ ਚੱਲਣ ਦੀ ਸੇਵਾ ਦੀ ਦਾਤ ਮਿਲਦੀ ਹੈ ਤੇ ਜੀਵਨ ਵਿੱਚ ਸੱਚ ਸਮਾ ਜਾਂਦਾ ਹੈ। ਮਸਕਤ ਦਾ ਅਰਥ ਹੈ ਘਾਲ, ਕਮਾਈ, ਮਿਹਨਤ। ਸਭ ਕਿਛ ਵਸਗਤ ਸਾਹਿਬੈ, ਆਪੇ ਕਰਨ ਕਰੇਵ। ਹੇ ਮੇਰੇ ਪਾਤਸ਼ਾਹ, ਮੈਨੂੰ ਇੱਕ ਗੱਲ ਸਮਝ ਆ ਗਈ ਹੈ, ਮੇਰੀਆਂ ਸਿਆਣਪਾਂ ਚਤੁਰਾਈਆਂ ਦੇ ਨਾਲ ਨਹੀਂ ਮੈਂ ਕੁਝ ਲੈ ਸਕਦਾ, ਕਿਉਂਕਿ ਸਭ ਕੁਝ ਤੇ ਤੇਰੇ ਵੱਸ ਆ। ਹਰ ਇੱਕ ਚੀਜ਼ ਤੇਰੇ ਹੁਕਮ ਦੇ ਵਿੱਚ ਆ। ਸਭ ਕਿਛ ਵਸਗਤ ਸਾਹਿਬੇ। ਵਸਗਤ ਦਾ ਅਰਥ ਆ ਵੱਸ ਵਿੱਚ। ਹਰੇਕ ਦਾਤ ਮਾਲਕ ਦੇ ਆਪਣੇ ਇਖਤਿਆਰ ਵਿੱਚ ਆ, ਪ੍ਰਮਾਤਮਾ ਦੇ ਵੱਸ ਵਿੱਚ ਆ। ਹੇ ਮੇਰੀ ਅਰਦਾਸ ਹੈ ਪ੍ਰੀਤਮ ਜੀ, ਤੁਸੀਂ ਆਪ ਹੀ ਕਿਰਪਾ ਕਰੋ, ਤੁਸੀਂ ਆਪ ਹੀ ਮੇਰੇ ਇਸ ਵਿਕਾਰੀ ਤੇ ਆਵੈੜੇ ਮਨ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ। ਸਤਿਗੁਰੂ ਕੈ ਬਲਿਹਾਰਣੈ, ਮਨਸਾ ਸਭ ਪੁਰੇਵ। ਮੈਂ ਸਦਕੇ ਜਾਨਾ, ਕੋਟਾਨ ਕੋਟਾਨ ਸ਼ੁਕਰ ਗੁਜ਼ਾਰਿਆ ਆਪਣੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ। ਸਤਿਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿ ਸਤਿਗੁਰੂ ਜੀ ਨੇ ਮੇਰੀਆਂ ਆਸ਼ਾਵਾਂ ਦੀ ਪੂਰਤੀ ਕੀਤੀ ਹੈ ਤੇ ਮੈਨੂੰ ਮੇਰੇ ਪ੍ਰੀਤਮ ਪ੍ਰਮਾਤਮਾ ਦੇ ਲੜ ਲਾ ਦਿੱਤਾ ਹੈ। ਇੱਕੋ ਦਿਸੈ ਸੱਜਣੈ, ਇੱਕੋ ਦਿਸੈ ਸੱਜਣੋ, ਇੱਕੋ ਭਾਈ ਮੀਤ। ਹੁਣ ਇਹ ਸਮਝ ਆ ਗਈ ਹੈ, ਇਸ ਜਗਤ ਦੇ ਵਿੱਚ ਜੇ ਕੋਈ ਮੇਰਾ ਸੱਚਾ ਸੱਜਣ ਹੈ, ਜੇ ਕੋਈ ਮੇਰਾ ਸੱਚਾ ਭਰਾ ਹੈ, ਜੇ ਕੋਈ ਮੇਰਾ ਸੱਚਾ ਮਿੱਤਰ ਆ, ਉਹ ਇੱਕੋ ਇੱਕ ਅਕਾਲ ਪੁਰਖ ਆ। ਉਹੀ ਮੇਰਾ ਸੱਚਾ ਮਿੱਤਰ ਆ, ਉਹੀ ਮੇਰਾ ਸੱਚਾ ਸੱਜਣ ਆ, ਉਹੀ ਮੇਰਾ ਸੱਚਾ ਭਰਾ ਹੈ। ਉਹ ਤੋਂ ਬਿਨਾਂ ਹੋਰ ਬਾਕੀ ਸਭ ਰਿਸ਼ਤੇ ਝੂਠੇ ਨੇ। ਇਕਸੈ ਦੀ ਸਾਮਗਰੀ, ਇਕਸੈ ਦੀ ਹੈ ਰੀਤ। ਦੁਨੀਆ ਦਾ ਸਾਰਾ ਧਨ ਪਦਾਰਥ ਦਾ ਮਾਲਕ ਕੇਵਲ ਤਾਂ ਕੇਵਲ ਉਹ ਅਕਾਲ ਪੁਰਖ ਪਰਮਾਤਮਾ ਆਪ ਹੈ। ਉਹ ਆਪ ਹੀ ਸਾਰਿਆਂ ਦੇ ਉੱਤੇ ਹੁਕਮ ਚਲਾ ਰਿਹਾ ਹੈ। ਸਾਰਾ ਜਗਤ ਉਹਦੇ ਹੁਕਮ ਦੇ ਵਿੱਚ ਹੀ ਤੁਰ ਰਿਹਾ ਹੈ। ਰੀਤ ਦਾ ਅਰਥ ਹੈ ਮਰਿਆਦਾ। ਸਭ ਮਰਿਆਦਾ ਉਹਦੀ ਹੈ, ਸਭ ਕੁਝ ਉਹਦੇ ਹੁਕਮ ਦੇ ਵਿੱਚ ਬੱਝਾ ਹੈ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਇੱਕ ਸਿਉ ਮਨ ਮਾਨਿਆ ਤਾਂ ਹੋਵਾ ਨੇਚਲ ਚੀਤ। ਸਭ ਕਹਿੰਦੇ, ਹੇ ਮੇਰੇ ਵੀਰ, ਹੇ ਮਨੁੱਖ, ਜਦੋਂ ਤੇਰਾ ਮਨ ਉਸ ਇੱਕ ਅਕਾਲ ਪੁਰਖ ਦੀ ਪਰਮਾਤਮਾ ਦੀ ਯਾਦ ਵਿੱਚ ਰੀਝ ਜਾਵੇਗਾ ਨਾ, ਉਹਦੇ ਨਾਲ ਹੀ ਇੱਕਮਿਕ ਹੋ ਜਾਵੇਗਾ। ਜਦੋਂ ਤੂੰ ਪਰਮਾਤਮਾ ਦੀ ਯਾਦ ਵਿੱਚ ਮੁਕੰਮਲ ਤਰੀਕੇ ਨਾਲ, ਪੂਰਨ ਤਰੀਕੇ ਨਾਲ ਸਮਾ ਜਾਵੇਗਾ, ਬਾਕੀ ਸਾਰੀਆਂ ਆਸ਼ਾਵਾਂ, ਬਾਕੀ ਸਾਰੇ ਜਿਹੜੇ ਟੇਕਾਂ ਓਟ ਤੇਰੇ ਜੀਵਨ ਵਿੱਚੋਂ ਖਤਮ ਹੋ ਜਾਵੇਗੀ। ਜਦੋਂ ਇੱਕੋ ਇੱਕ ਆਸ ਪਰਮਾਤਮਾ ਦੀ ਤੱਕੇਗਾ, ਚੇਤਾ ਰੱਖੀ, ਤਾਂ ਹੋਆ ਨਿਚਲ ਚੀਤ। ਉਦੋਂ ਤੇਰਾ ਮਨ ਡੋਲਣੋਂ ਹਟ ਜਾਵੇਗਾ, ਦੁਬਿਧਾ ਮੁੱਕ ਜਾਵੇਗੀ, ਦੁਚਿੱਤੀ ਮੁੱਕ ਜਾਵੇਗੀ। ਸੱਚ ਖਾਣਾ, ਉਦੋਂ ਤੇਰੇ ਜੀਵਨ ਦਾ ਭੋਜਨ ਕੀ ਹੋਵੇਗਾ? ਤੂੰ ਪ੍ਰਮਾਤਮਾ ਦੀ ਸੱਚੀ ਜੀਵਨ ਦੇਣ ਵਾਲੀ ਆਤਮਿਕ ਸ਼ੁਭ ਗੁਣਾਂ ਦੀ ਖੁਰਾਕ ਨੂੰ ਖਾਵੇਂਗਾ। ਸੱਚ ਖਾਣਾ, ਆਤਮਿਕ ਜੀਵਨ ਦੇਣ ਵਾਲੀ ਸੱਚ ਦੀ ਖੁਰਾਕ, ਸ਼ੁਭ ਗੁਣਾਂ ਦੀ ਖੁਰਾਕ ਤੇਰਾ ਭੋਜਨ ਬਣ ਜਾਵੇਗਾ। ਸੱਚ ਪਹਿਨਣਾ, ਤੇਰੇ ਕੱਪੜੇ ਕਿਹਦੇ ਹੋਣਗੇ? ਸੱਚ ਦੇ। ਝੂਠ ਦਾ ਮੁਖੌਟਾ ਨਹੀਂ ਤੂੰ ਪਹਿਨਿਆ ਹੋਵੇਗਾ, ਡਰਾਮਿਆਂ ਪਖੰਡਾਂ ਦਾ ਮੁਖੌਟਾ ਨਹੀਂ ਪਹਿਨਿਆ ਹੋਵੇਗਾ। ਫਿਰ ਤੇਰਾ ਲਿਬਾਸ ਵੀ ਸੱਚ ਦਾ ਹੋਵੇਗਾ।
ਟੇਕ ਨਾਨਕ ਸੱਚ ਕੀਤ, ਤੇ ਤੇਰੇ ਜੀਵਨ ਦਾ ਆਸਰਾ, ਤੇਰੇ ਜੀਵਨ ਦਾ ਸਹਾਰਾ ਫਿਰ ਇੱਕੋ ਇੱਕ ਪ੍ਰਮਾਤਮਾ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੋਵੇਗਾ। ਸੋ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਨੇ ਹਰ ਇੱਕ ਪੰਕਤੀ ਵਿੱਚ, ਹਰ ਇੱਕ ਸ਼ਬਦ ਦੇ ਬੰਦ ਵਿੱਚ ਸਾਨੂੰ ਇਹ ਵਿਸ਼ਵਾਸ ਦਿਵਾਇਆ ਹੈ, ਸਾਡੇ ਮਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਇੱਕ ਅਕਾਲ ਪੁਰਖ ਉੱਤੇ ਦ੍ਰਿੜ ਭਰੋਸਾ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਬੜੇ ਸਵਾਲਾਂ ਦੇ ਜਵਾਬ ਅੱਜ ਦੇ ਸ਼ਬਦ ਵਿੱਚ ਮਿਲੇ ਨੇ। ਮਨੁੱਖਾ ਫਿਤਰਤ ਆ, ਅਸੀਂ ਡੋਲਦੇ ਹਾਂ, ਭਰਮਦੇ ਹਾਂ, ਪਖੰਡ ਵਿੱਚ ਪੈਂਦੇ ਹਾਂ, ਕਿਉਂਕਿ ਸਾਨੂੰ ਆਪਣੀ ਪ੍ਰੀਤਮ ਤੇ ਭਰੋਸਾ ਹੀ ਨਹੀਂ ਵੱਜਦਾ। ਸਾਹਿਬ ਕਹਿੰਦੇ ਕਿਤੇ ਭਰੋਸਾ ਤੇ ਕਰਕੇ ਵੇਖ, ਉਹਨੂੰ ਆਪਣਾ ਆਪਾ ਸਮਰਪਣ ਕਰਕੇ ਵੇਖ, ਉਹਨੂੰ ਆਪਣਾ ਆਪਾ ਦੇ ਕੇ ਵੇਖ, ਫਿਰ ਵੇਖ ਉਹ ਪ੍ਰਮਾਤਮਾ ਕਿਵੇਂ ਕਿਰਪਾ ਕਰਦਾ ਹੈ, ਕਿਵੇਂ ਤੇਰੇ ਅੰਦਰ ਸੱਚ ਦੀ ਸਮਾਈ ਕਰਦਾ ਹੈ, ਕਿਵੇਂ ਤੇਰੇ ਕਾਰਜ ਸਾਰੇ ਰਾਸ ਹੁੰਦੇ ਨੇ, ਕਿਉਂਕਿ ਉਹੀ ਇੱਕ ਦਾਤਾ ਹੈ ਜੋ ਤੇਰੇ ਨਾਲ ਖੜ ਸਕਦਾ ਹੈ, ਤੇਰੇ ਨਾਲ ਰਹਿੰਦਾ ਹੈ। ਬਾਕੀ ਤੇ ਸਭ ਝੂਠ ਹੈ। ਇਹ ਝੂਠ ਦੁਨੀਆ ਹੈ, ਇਹ ਝੂਠ ਸੰਸਾਰ ਆ। ਇਸ ਝੂਠ ਨਾਲ ਰਿਸ਼ਤਾ ਨਾ ਪਾ, ਸੱਚ ਪ੍ਰਮਾਤਮਾ ਨਾਲ ਰਿਸ਼ਤਾ ਪਾ, ਤਾਂ ਹੀ ਹੋਣਗੇ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਹਰਿ ਪ੍ਰਭਾਪੇ ਮੇਲੇ। ਭੁੱਲ ਗਲਤੀ ਦੀ ਖਿਮਾ। ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ, ਉਚਾਰਨ ਕਰਦੇ ਹਾਂ, ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ। ਆਪ ਗੁਰੂ ਪਿਆਰੀ ਸੰਗਤ ਬਖਸ਼ਣਯੋਗ ਹੋ। ਹੱਥ ਜੋੜ ਕੇ ਬਾਅਦ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।